ਸਭ ਤੋਂ ਜ਼ਿਆਦਾ ਅੱਜ ਕੱਲ੍ਹ ਦੇ ਲੋਕਾਂ 'ਚ ਪ੍ਰੋਬਲਮ ਹੈ, ਦੈਟ ਇਜ਼ ਓਵਰ ਥਿੰਕਿੰਗ। ਤੇ ਓਵਰ ਥਿੰਕਿੰਗ ਨੂੰ ਵੀ ਕੰਟਰੋਲ ਕਰਦੀ ਹੈ। ਇੱਕ ਸਿਟਿੰਗ ਨਾਲ ਹੀ ਲੋਕਾਂ ਨੂੰ ਇਤਨਾ ਜ਼ਿਆਦਾ ਰਿਲੈਕਸ ਮਿਲਦਾ ਹੈ, ਦਿਮਾਗ ਨੂੰ ਇੰਝ ਲੱਗਦਾ ਹੈ ਕਿ ਬਿਲਕੁਲ ਖਾਲੀ ਹੋ ਗਿਆ, ਬਿਲਕੁਲ ਸਟਿਲ ਹੋ ਗਿਆ। ਅਗਰ ਅਸੀਂ ਸੋਚੀਏ 500 ਸਾਲ ਪਹਿਲਾਂ ਤਾਂ ਕੋਈ ਵੀ ਦਵਾਈ ਤੇ ਕੋਈ ਟ੍ਰੀਟਮੈਂਟ ਨਹੀਂ ਥਾ, ਤੇ ਜੜੀ ਬੂਟੀਆਂ ਦੇ ਨਾਲ ਜਿਹੜੇ ਵੈਦ ਸੀ ਤੇ ਨੈਚੁਰਲ ਤਰੀਕੇ ਨਾਲ ਹੀ ਲੋਕਾਂ ਨੂੰ ਠੀਕ ਕੀਤਾ ਜਾਂਦਾ ਸੀ। ਸੋ ਇਹ ਪ੍ਰਾਣਿਕ ਹੀਲਿੰਗ ਵੀ ਉਹੀ ਕੰਮ ਕਰਦੀ ਹੈ ਤੇ ਕੁਦਰਤ ਤੋਂ ਸ਼ਕਤੀ ਲੈਂਦੀ ਹੈ ਤੇ ਇਨਸਾਨ ਨੂੰ ਠੀਕ ਕਰਦੀ ਹੈ। ਕੁਝ ਲਗਭਗ 6 ਤੋਂ 7 ਇੰਚ ਦੀ ਦੂਰੀ ਤੇ ਖੜੇ ਹੋ ਕੇ ਹੀਲਰ ਔਰਾ ਸਾਫ਼ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਸੇ ਔਰਾ ਸਾਫ਼ ਕਰਦੇ ਨੇ। ਤੇ ਔਰਾ ਕਲੀਨ ਕਰਨ ਤੋਂ ਬਾਅਦ ਪਹਿਲਾਂ ਫਰੰਟ ਤੋਂ ਔਰਾ ਕਲੀਨ ਕੀਤਾ ਜਾਂਦਾ ਹੈ, ਫਿਰ ਬੈਕ ਤੋਂ ਔਰਾ ਕਲੀਨ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲਟਨ। ਅੱਜ ਸਾਡੇ ਨਾਲ ਮੌਜੂਦ ਨੇ ਵੈਲਨੈਸ ਸੈਂਟਰ ਤੋਂ ਰਿਤੂ ਕੋਚਰ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਟ੍ਰੈਸ ਤੋਂ ਤੇ ਆਪਣੇ ਐਂਗਰ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਉਹ ਸਾਨੂੰ ਸਾਰੇ ਥੈਰੇਪਿਸਟ ਦੱਸਣਗੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। हाँ जी रितु जी, बहुत बहुत स्वागत है। सत श्रीकाल जी। हम यहाँ पे रितु कोचर्स वेलनेस सेंटर में एक्सेस बार थेरेपी और प्राणिक हीलिंग सेशंस लेते हैं, और हम मेडिटेशन के भी सेशंस कराते हैं। और जो बार्स थेरेपी है, मैं तुहानू उसके बारे एक्सप्लेन कर रही हूँ पहला। सो एक्सेस बार जो है 176 कंट्री विच फॉलो की जाती है। सो असी की करते हैं कि असी ਜਿਹੜੇ ਕਿ ਸਾਡੇ ਹੈਡ ਦੇ ਕੁਝ 32 ਪੁਆਇੰਟਸ ਹੁੰਦੇ ਆ, ਉਹਨਾਂ ਨੂੰ ਟੱਚ ਕਰਦੇ ਆ। ਔਰ ਜੈਸੇ ਹੀ ਅਸੀਂ ਟੱਚ ਕਰਦੇ ਆ, ਉਹਨਾਂ ਤੋਂ ਕੋਈ ਬਲੋਕੇजेस ਹੁੰਦੀ ਹੈ, ਸਟ੍ਰੈਸ ਤੋਂ ਲੈ ਕੇ, ਐਂਗਰ ਨੂੰ ਲੈ ਕੇ, ਜਾਂ ਚਾਈਲਡਹੁੱਡ ਟਰਾਮਾ ਹੈ, ਪਾਸਟ ਨੂੰ ਲੈ ਕੇ, ਜਿਸ ਦੇ ਨਾਲ ਸਾਡੀ ਲਾਈਫ ਰੁਕੀ ਹੋਈ ਹੈ, ਬਲੌਕ ਹੋਈ ਹੈ, ਅਸੀਂ ਅੱਗੇ ਨਹੀਂ ਵੱਧ ਰਹੇ, ਉਹ ਸਾਰੀ એનર્ਜੀਜ਼ ਰਿਲੀਜ਼ ਹੋਤੀ ਹੈ। ਸੋ ਇੱਕ ਨੈਚੁਰਲ ਪ੍ਰੋਸੈਸ ਹੈ ਜਿਸ ਦੇ ਨਾਲ ਰਿਜ਼ਲਟ, ਸਾਇੰਟੀਫਿਕ ਰਿਜ਼ਲਟ ਮਿਲੇ ਨੇ ਕਿ 87% ਪੋਪੂਲੇਸ਼ਨ ਨੂੰ ਬਹੁਤ ਹੀ ਅੱਛਾ ਰਿਜ਼ਲਟ ਮਿਲਾ ਹੈ ਇੱਕ ਸਿਟਿੰਗ ਵਿੱਚ। ਐਂਡ ਤੁਸੀਂ ਇਸ ਟਾਈਮ ਸਾਨੂੰ ਪ੍ਰਾਣਿਕ ਹੀਲਿੰਗ ਕਰਕੇ ਦਿਖਾਓਗੇ। ਇਹ ਐਕਸੈਸ ਬਾਰ ਹੈ, ਔਰ ਪ੍ਰਾਣਿਕ ਹੀਲਿੰਗ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਕੀਤੀ ਜਾਂਦੀ ਹੈ। ਦਿਸ ਇਜ਼ ਬਾਰਸ ਥੈਰੇਪੀ। ਇਹਦੇ ਨਾਲ ਕੀ ਪੇਸ਼ੈਂਟ ਨੂੰ ਕੀ ਪ੍ਰੋਬਲਮ ਹੋਵੇ ਤੇ ਕਿਸ ਲਈ ਯੂਜ਼ ਕੀਤੀ ਜਾਂਦੀ ਹੈ? स्ट्रेस है, डिप्रेशन है, एंगर है, इरीटेशन है, ਚਾਈਲਡਹੁੱਡ ਟਰਾਮਾ ਹੈ। ਤੇ ਲਾਈਫ 'ਚ ਕਈ ਵਾਰੀ ਪੈਸੇ ਨੂੰ ਲੈ ਕੇ ਵੀ ਅਸੀਂ ਸਟਕ ਰਹਿੰਦੇ ਹਾਂ, ਰਿਲੇਸ਼ਨ ਨੂੰ ਲੈ ਕੇ ਸਟਕ ਹੈ। ਤੇ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਦੇ ਲੋਕਾਂ 'ਚ ਪ੍ਰੋਬਲਮ ਹੈ, ਦੈਟ ਇਜ਼ ਓਵਰ ਥਿੰਕਿੰਗ। ਤੇ ਓਵਰ ਥਿੰਕਿੰਗ ਨੂੰ ਵੀ ਕੰਟਰੋਲ ਕਰਦੀ ਹੈ। ਇੱਕ ਸਿਟਿੰਗ ਨਾਲ ਹੀ ਲੋਕਾਂ ਨੂੰ ਇਤਨਾ ਜ਼ਿਆਦਾ ਰਿਲੈਕਸ ਮਿਲਦਾ ਹੈ, ਦਿਮਾਗ ਨੂੰ ਇੰਝ ਲੱਗਦਾ ਹੈ ਕਿ ਬਿਲਕੁਲ ਖਾਲੀ ਹੋ ਗਿਆ, ਬਿਲਕੁਲ ਸਟਿਲ ਹੋ ਗਿਆ। ਹੋਣਾ ਤਾਂ ਇੰਝ ਹੀ ਚਾਹੀਦਾ ਹੈ ਸਾਡਾ ਦਿਮਾਗ, ਬਟ ਸਾਡਾ ਦਿਮਾਗ ਹਰ ਸਮੇਂ ਚਲਦਾ ਰਹਿੰਦਾ ਹੈ। ਤਾਂ ਇਹ ਥੈਰੇਪੀ ਬਹੁਤ ਅੱਛਾ ਕੰਮ ਕਰਦੀ ਹੈ। ਗੈਰੀ ਡਗਲਸ ਤੇ ਡਾਕਟਰ ਡੇਨ ਹੀਰ ਹੈ ਅਮਰੀਕਾ ਤੋਂ, ਜਿਨ੍ਹਾਂ ਨੇ ਥੈਰੇਪੀ ਨੂੰ ਸ਼ੁਰੂ ਕੀਤਾ ਹੈ, ਔਰ ਲੋਕਾਂ ਨੂੰ ਬਹੁਤ ਅੱਛਾ ਰਿਜ਼ਲਟ ਹੈ। ਅਸੀਂ ਸਾਰਿਆਂ ਨੂੰ ਸੁਜੈਸਟ ਕਰਦੇ ਕਿ ਇਸ ਥੈਰੇਪੀ ਨੂੰ ਇੱਕ ਵਾਰੀ ਆ ਕੇ ਸਾਡੇ ਕੋਲੋਂ ਇੱਕ ਸੈਸ਼ਨ ਲੈ ਕੇ ਦੇਖੀਏ। 15 ਮਿੰਟ ਦਾ ਫ੍ਰੀ ਸੈਸ਼ਨ ਲੈ ਕੇ ਵੇਖਣ। ਐਂਡ ਅਸੀਂ ਇਹ ਥੈਰੇਪੀ ਨੂੰ ਡਰੱਗ ਐਡਿਕਟਸ 'ਤੇ ਵੀ ਟਰਾਈ ਕੀਤਾ ਹੈ, ਤੇ ਉਹਨਾਂ ਕੋਲ ਵੀ ਬੜੇ ਅੱਛੇ ਰਿਜ਼ਲਟ ਨਜ਼ਰ ਆ ਰਿਹਾ ਉਹਨਾਂ ਦਾ। ਤੋ ਜਦੋਂ ਅਸੀਂ ਸੈਸ਼ਨ ਦੇਣ ਤੋਂ ਬਾਅਦ ਉਹਨਾਂ ਤੋਂ ਫੀਡਬੈਕ ਲਿੱਤਾ 3 ਸੈਸ਼ਨ ਲੈਣ ਤੋਂ ਬਾਅਦ, ਤਾਂ ਉਹਨਾਂ ਨੂੰ ਕੀ ਲੱਗ ਰਿਹਾ, ਤਾਂ ਉਹਨਾਂ ਦਾ ਕਹਿਣਾ ਸੀ ਕਿ ਪਹਿਲੀ ਵਾਰੀ ਉਹਨਾਂ ਨੂੰ ਇੰਝ ਮਹਿਸੂਸ ਹੋਇਆ ਕਿ 15 ਘੰਟੇ ਲਈ ਉਹਨਾਂ ਨੂੰ ਕੋਈ ਤਲਬ ਨਹੀਂ ਉੱਠੀ ਡਰੱਗਸ ਲੈਣ ਦੀ। ਅਤੇ ਉਹਨਾਂ ਦੇ ਅੰਦਰ ਇੱਕ ਐਸੀ ਅੰਦਰ ਹੀ ਫੀਲਿੰਗ ਆ ਰਹੀ ਹੈ ਕਿ ਉਹ ਕੰਟਰੋਲ ਕਰ ਸਕਦੇ ਆ ਆਪਣੀ ਇਸ ਡਿਜ਼ਾਇਰ ਨੂੰ, ਆਪਣੇ ਡਰੱਗਸ ਲੈਣ ਦੀ ਜੋ ਇੱਛਾ ਹੈ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦੀ ਵਿਲ ਪਾਵਰ ਸਟਰੋਂਗ ਹੋ ਰਹੀ ਹੈ। ਤਾਂ ਅਸੀਂ ਵੀ ਬੜੇ ਅਮੇਜ਼ ਸੀ ਕਿ ਇੰਨਾ ਪਾਵਰਫੁਲ ਰਿਜ਼ਲਟ ਹੈ 3 ਸਿਟਿੰਗ 'ਚ। ਔਰ ਇਸ ਥੈਰੇਪੀ ਇਸ 'ਤੇ ਬੇਸਡ ਹੈ ਕਿ ਦਿਮਾਗ ਹੀ ਹਰ ਚੀਜ਼ ਦੀ ਪ੍ਰੋਬਲਮ ਦਾ ਜੜ ਹੈ ਅਤੇ ਹਰ ਇੱਕ ਚੀਜ਼ ਦਾ ਸਲਿਊਸ਼ਨ ਵੀ ਹੈ। ਅਤੇ ਅਸੀਂ ਉਹੀ ਕਰਦੇ, ਅਲੱਗ-ਅਲੱਗ ਪੁਆਇੰਟਸ ਨੂੰ ਟੱਚ ਕਰਕੇ ਐਨਰਜੀ ਨੂੰ ਰਿਲੀਜ਼ ਕਰਦੇ ਹੈ, ਅਤੇ ਜਿਹੜੇ ਵੀ ਬਲੋਕੇजेस ਹੈ ਉਹ ਰਿਮੂਵ ਹੋ ਜਾਂਦੇ ਨੇ, ਅਤੇ ਲੋਕ ਆਪਣੇ ਆਪ ਬੈਟਰ ਫੀਲ ਕਰਦੇ ਹੈ। ਇੱਕ ਨੈਚੁਰਲ ਥੈਰੇਪੀ ਹੈ, ਇਹਦੇ ਕੋਈ ਸਾਈਡ ਇਫੈਕਟਸ ਨਹੀਂ ਹੈ ਅਤੇ ਕੋਈ ਵੀ ਮੈਡੀਸਨ ਨਹੀਂ ਹੈ। ਸਾਡੇ ਇੱਕ ਵਾਰੀ ਕਰਕੇ ਦਿਖਾਓ ਸਾਨੂੰ। ਤਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਐਨਰਜੀ ਪੁੱਲ ਤੋਂ। ਅਸੀਂ ਐਨਰਜੀ ਪੁੱਲ ਕਰਦੇ ਹਾਂ। ਕਿੱਥੋਂ ਪੁੱਲ ਕਰਦੇ ਆ?
ਧਰਤੀ ਤੋਂ ਪੈਰਾਂ ਤੋਂ ਲੈ ਕੇ એનર્ਜੀ ਉੱਪਰ ਜਿਹੜਾ ਕਿ ਕਲਾਇੰਟ ਹੈ ਉਹਦੇ ਸਿਰ ਤੋਂ ਲੈ ਕੇ ਤੇ ਜਿਹੜਾ ਹੀਲਰ ਹੁੰਦਾ ਥੈਰੇਪਿਸਟ ਹੁੰਦਾ ਉਹਦੇ ਸਿਰ ਤੋਂ ਉੱਪਰ ਜਾ ਰਹੀ ਹੈ। એનર્ਜੀ ਪੁੱਲ ਕਰਦੇ ਆ ਪਹਿਲਾਂ ਅਰਥ ਤੋਂ, ਫਿਰ ਅਸੀਂ એનર્ਜੀ ਪੁੱਲ ਕਰਦੇ ਆ ਇਸ ਤਰ੍ਹਾਂ ਪੈਰਾਂ ਦੇ ਕੁਝ ਪੁਆਇੰਟਸ ਨੂੰ ਟੱਚ ਕਰਕੇ। ਜਦ ਅਸੀਂ ਇਸ ਪੁਆਇੰਟ ਨੂੰ ਟੱਚ ਕਰਦੇ ਹਾਂ ਤਾਂ ਅਸੀਂ એનર્ਜੀ ਪੁੱਲ ਕਰਦੇ ਹਾਂ ਯੂਨੀਵਰਸ ਤੋਂ। ਜਦ એનર્ਜੀ ਦਾ ਫਲੋ ਇੱਥੋਂ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਕੁਝ ਇਸ ਤਰ੍ਹਾਂ ਤੋਂ એનર્ਜੀ ਪੁੱਲ ਕਰਦੇ ਨਾ। ਆ ਕਿਸ ਤਰ੍ਹਾਂ ਕੰਮ ਕਰਦੀ ਹੈ એનર્ਜੀ? ਸਾਡੇ ਹਾਰਟ ਤੋਂ ਲੈ ਕੇ ਖੁੱਲਦੀ ਹੋਈ ਇੱਕ ਕਲਾਇੰਟ ਤੋਂ ਨਿਕਲਦੀ ਹੋਈ ਮੇਰੇ ਹੱਥਾਂ ਤੋਂ ਨਿਕਲਦੀ ਹੋਈ ਸਿਰ ਤੋਂ ਉੱਪਰ ਜਾ ਰਹੀ ਹੈ। ਉਸ ਦੇ ਬਾਅਦ ਅਸੀਂ ਕੁਝ ਪੁਆਇੰਟਸ ਹੈ ਜਿਵੇਂ ਕਿ ਇੰਪਲਾਂਟ ਬੈਂਡ ਹੁੰਦਾ ਹੈ, ਕੰਨ ਦੇ ਪਿੱਛੇ ਇੱਕ ਬੈਂਡ ਹੁੰਦਾ ਹੈ, ਉਹਨੂੰ ਟੱਚ ਕਰਦੇ ਹਾਂ ਤੇ ਉਹਦੇ ਵਿੱਚ ਕੋਈ ਵੀ ਬਲੋਕੇਜ ਹੈ, ਜ਼ਿਆਦਾਤਰ ਬਚਪਨ ਦੀ ਬਲੋਕੇਜਸ ਬਹੁਤ ਸਾਰੀ ਹੁੰਦੀਆਂ ਨੇ, ਉਹਨੂੰ ਟੱਚ ਕਰਦੇ ਤਾਂ ਉਹ એનર્ਜੀ ਰਿਲੀਜ਼ ਕਰਦਾ ਹੈ। ਇਵੇਂ ਇਸੇ ਤਰ੍ਹਾਂ ਮਨੀ ਨੂੰ ਲੈ ਕੇ ਪ੍ਰੋਬਲਮ ਹੈ, ਕੋਈ ਸਾਡੀ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਹੈ, ਹੀਲਿੰਗ ਦੀ ਜ਼ਰੂਰਤ ਹੈ, ਉਹਨੂੰ ਟੱਚ ਕਰਕੇ ਅਲੱਗ ਤਰ੍ਹਾਂ। ਇਸ ਤਰ੍ਹਾਂ ਕਰਦੇ ਕਰਦੇ ਕੁਝ ਲਗਭਗ 1.5 ਘੰਟੇ ਦਾ ਪ੍ਰੋਸੈਸ ਹੁੰਦਾ ਹੈ। 32 ਪੁਆਇੰਟਸ ਹੁੰਦੇ ਹੈ, ਉਹਨਾਂ ਨੂੰ ਟੱਚ ਕਰਕੇ ਸਾਰਾ ਪ੍ਰੋਸੈਸ ਕਰਕੇ ਤਾਂ ਇੱਕ ਪੂਰਾ ਸੈਸ਼ਨ ਦਿੱਤਾ ਜਾਂਦਾ ਹੈ। ਕਿੰਨੇ ਸੈਸ਼ਨਸ ਦੇ ਵਿੱਚ ਜਿਹੜਾ ਪੇਸ਼ੈਂਟ ਆ ਉਹ ਰਿਲੀਫ ਮਹਿਸੂਸ ਕਰਦਾ? ਸਾਡੇ ਕੋਲ ਤਾਂ ਰਿਜ਼ਲਟ ਹੈ ਦੈਟ 90% ਲੋਕਾਂ ਨੂੰ ਫਸਟ ਸੈਸ਼ਨ ਵਿੱਚ ਹੀ ਰਿਲੀਫ ਮਿਲਿਆ ਹੈ। ਤੋ ਫਸਟ ਸੈਸ਼ਨ ਤੋਂ ਹੀ ਸਾਰਿਆਂ ਨੂੰ ਬਹੁਤ ਚੰਗਾ, ਬਹੁਤ ਅੱਛਾ ਰਿਲੀਫ ਮਿਲਦਾ ਹੈ। ਕਿਸ ਤਰ੍ਹਾਂ ਜਲੰਧਰ ਦੇ ਲੋਕਾਂ ਦਾ ਰਿਸਪਾਂਸ ਕਿਸ ਤਰ੍ਹਾਂ ਦਾ? ਇੱਕ ਨਵੀਂ ਚੀਜ਼ ਹੈ ਸਾਰਿਆਂ ਦੇ ਲਈ, ਤੇ ਉਹ ਰਿਸਪਾਂਸ ਕਿਸ ਤਰ੍ਹਾਂ ਦਾ ਆਉਂਦਾ? ਅਸੀਂ ਸਾਰੇ ਜਲੰਧਰ ਵਾਸੀਆਂ ਨੂੰ ਰਿਕੁਐਸਟ ਕਰਨਾ ਚਾਹਾਂਗੇ ਕਿ ਸਾਡੇ ਕੋਲ ਆਉਣ, ਆਪਣੀ ਅਪਾਇੰਟਮੈਂਟ ਬੁੱਕ ਕਰਾਉਣ ਤੇ 15 ਮਿੰਟ ਦਾ ਇੱਕ ਸੈਸ਼ਨ ਲੈ ਕੇ ਦੇਖਣ। ਹਜੇ ਤਾਂ ਅਸੀਂ ਕੁਝ ਲਗਭਗ 50-100 ਲੋਕਾਂ ਨੂੰ ਟੱਚ ਕੀਤਾ ਹੈ, ਥੈਰੇਪੀ ਫੀਲ ਕਰਾਈ ਹੈ ਤੇ ਸਾਰਿਆਂ ਦਾ ਬਹੁਤ ਅੱਛਾ ਰਿਜ਼ਲਟ ਹੈ। ਜਿਵੇਂ ਕਿ ਮੈਂ ਦੱਸਿਆ ਹੈ ਕਿ ਡਰੱਗ ਐਡਿਕਟਸ ਤੇ ਸਟ੍ਰੈਸ ਵਾਲਿਆਂ ਤੇ ਅਸੀਂ ਕੁਝ ਉਹ ਇਹੋ ਜਿਹੇ ਲੋਕਾਂ ਤੇ ਵੀ ਯੂਜ਼ ਕੀਤਾ ਜੋ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿੰਦੇ ਹੈ ਤੇ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਮੇਰੇ ਘਰ 'ਚ ਕੋਈ ਭੂਤ ਪ੍ਰੇਤ ਹੈ, ਤਾਂ ਉਹਨਾਂ ਤੇ ਵੀ ਇਹ ਬਹੁਤ ਕੰਮ ਕਰਦੀ ਹੈ ਚੀਜ਼। ਜਿਸ ਤਰ੍ਹਾਂ ਅਸੀਂ ਤੁਹਾਡੇ ਪੜ੍ਹਿਆ ਸੀਗਾ ਕਿ ਤੁਸੀਂ ਕਾਉਂਸਲਿੰਗ ਵੀ ਕਰਦੇ ਹੋ, ਕਿਸ ਤਰ੍ਹਾਂ ਦੇ ਪੇਸ਼ੈਂਟਸ ਜ਼ਿਆਦਾ ਆਉਂਦੇ ਨੇ? ਕਿਉਂਕਿ ਦੇਖਿਆ ਜਾਂਦਾ ਕਿ ਇਸ ਟਾਈਮ ਬਹੁਤ ਜ਼ਿਆਦਾ ਸਟ੍ਰੈਸ ਹੈ ਲਾਈਫ ਦੇ ਵਿੱਚ, ਬਹੁਤ ਜ਼ਿਆਦਾ ਲੋਕ ਪਰੇਸ਼ਾਨ ਆਉਂਦੇ ਹੈ, ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਿਆਦਾ ਤੁਹਾਨੂੰ ਸੁਣਨ ਚਾਹੁੰਦੇ ਆ? ਜ਼ਿਆਦਾਤਰ ਤਾਂ ਪ੍ਰੋਬਲਮ ਅੱਜ ਕੱਲ੍ਹ 2 ਸੈਕਟਰ ਵਿੱਚ ਹੀ ਸਾਰਿਆਂ ਨੂੰ ਚੱਲ ਰਹੀ ਹੈ। ਇੱਕ ਤਾਂ ਰਿਲੇਸ਼ਨ 'ਚ ਬਾਪ ਬੇਟੇ ਦਾ ਝਗੜਾ ਨਾ, ਪਤੀ ਪਤਨੀ ਦਾ ਝਗੜਾ, ਮਾਂ ਬੇਟੇ ਦਾ ਝਗੜਾ, ਤਾਂ ਅਸੀਂ ਕਾਉਂਸਲਿੰਗ ਜ਼ਿਆਦਾਤਰ ਉਹਨਾਂ ਦੀ ਕਰਦੇ ਨੇ। ਤੇ ਸਾਡੇ ਕੋਲ ਇੱਕ ਹੋਰ ਪ੍ਰੋਬਲਮ ਨੂੰ ਲੈ ਕੇ ਬਹੁਤ ਜ਼ਿਆਦਾ ਲੋਕ ਸਟਕ ਨੇ ਕੋਵਿਡ ਦੇ ਨਾਲ, ਉਹ ਬਹੁਤ ਜ਼ਿਆਦਾ ਫੈਲੀ ਹੈ, ਜੋ ਕਿ ਪੈਸੇ ਨੂੰ ਦੀ ਫਾਈਨੈਂਸ਼ੀਅਲ ਪ੍ਰੋਬਲਮ ਹੈ। ਤਾਂ ਉਹਨਾਂ ਦੇ ਲਈ ਵੀ ਸਾਡੇ ਕੋਲ ਬਹੁਤ ਅੱਛੀ ਟੈਕਨੀਕ ਹੈ। ਈਵਨ ਬਾਰਸ ਰਨ ਕਰਨਾ ਹੈ, ਅਸੀਂ ਪ੍ਰਾਣਿਕ ਹੀਲਿੰਗ ਵੀ ਕਰਦੇ ਹੈ। ਸੋ ਉਹ ਸਾਰੀ ਟੈਕਨੀਕਸ ਜਿਹੜੀ ਵੀ ਅਸੀਂ ਕਰਦੇ ਨੇ ਨੈਚੁਰਲ ਨੇ, ਇਹਨਾਂ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈ, ਇਹ ਕੁਦਰਤ ਨਾਲ ਜੋੜਦੀ ਹੈ। ਤੇ ਅਸੀਂ ਅਗਰ ਸਾਡੇ ਕੁਦਰਤ ਨਾਲ ਜੁੜੇ ਰਹੀਏ ਤਾਂ ਸਾਡਾ ਸਿਸਟਮ ਸਟਰੋਂਗ ਰਹਿੰਦਾ ਹੈ, ਤਾਂ ਪੈਸੇ ਦਾ ਕभी ਰੁਕਾਵਟ ਵੀ ਨਹੀਂ ਆਉਂਦਾ। ਸੋ ਅਸੀਂ ਕਾਉਂਸਲਿੰਗ ਕਰਦੇ ਨੇ ਤੇ ਅਸੀਂ ਸਾਰਿਆਂ ਨੂੰ ਅਫਰਮੇਸ਼ਨਸ ਵੀ ਦਿੰਦੇ ਨੇ। ਸਿੰਪਲ ਜੀ ਅਫਰਮੇਸ਼ਨ ਹੈ, ਅਗਰ ਸਭ ਲੋਕ ਇੰਝ ਕਹਿਣ, ਆਈ ਲਵ ਮਨੀ, ਆਈ ਐਮ ਪਾਵਰ, ਆਈ ਐਮ ਮਨੀ, ਆਈ ਐਮ ਲਵ, ਆਈ ਐਮ ਜੋਏ, ਆਈ ਐਮ ਹੈਪੀਨੈਸ। ਛੋਟੀ ਛੋਟੀ ਅਫਰਮੇਸ਼ਨ ਹੈ, ਅਗਰ ਹਰ ਇੱਕ ਬੰਦਾ ਰੋਜ਼ ਬੋਲਣ ਲੱਗ ਜਾਏ ਤਾਂ ਆਪਣੀ ਪ੍ਰੋਬਲਮ ਨੂੰ ਬਹੁਤ ਆਰਾਮ ਨਾਲ ਸੋਲਵ ਕਰ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕੋਵਿਡ ਦੀ, ਮੈਂ ਉਸੇ 'ਤੇ ਆਉਣਾ ਚਾਹੁੰਦੀ ਹਾਂ ਕਿ ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ, ਸਾਨੂੰ ਇਕੱਲੇਪਨ ਨੇ ਘੇਰ ਲਿਆ ਸੀ। ਆਪਾਂ ਨੂੰ ਹੁਣ ਜ਼ਿਆਦਾ ਸਾਨੂੰ ਲੱਗਦਾ ਸੀਗਾ ਕਿ ਆਪਾਂ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਨ ਲੱਗ ਪਏ ਸੀ, ਆਪਣਾ ਫੋਨ ਚਲਾਇਆ, ਬਸ ਦੂਰ ਹੁੰਦੇ ਜਾ ਰਹੇ ਸੀ ਕਿਉਂਕਿ ਸੋਸ਼ਲ ਡਿਸਟੈਂਸਿੰਗ ਦਾ ਦੌਰ ਸੀਗਾ। ਉਸ ਤੋਂ ਕਿਸ ਤਰ੍ਹਾਂ ਲੋਕ ਜਿਹੜਾ ਬਾਹਰ ਨਿਕਲ ਸਕਦੇ ਨੇ? ਕੋਵਿਡ ਦੇ ਨਾਲ ਇੱਕ ਬਹੁਤ ਵੱਡੀ ਪ੍ਰੋਬਲਮ ਹੋਈ ਹੈ ਯੂਥ ਨੂੰ। ਅਸੀਂ ਕਹਾਂਗੇ ਕਿ ਬੜੀ ਪ੍ਰੋਬਲਮ ਹੋਈ ਹੈ ਕਿ ਉਹ ਹੁਣ ਸਕੂਲ ਕਾਲਜ ਜਾ ਕੇ ਮਿਕਸਅਪ ਨਹੀਂ ਹੋ ਪਾ ਰਹੇ ਨੇ ਤੇ ਆਪਣੇ ਕਰੀਅਰ ਨੂੰ ਲੈ ਕੇ ਵੀ ਪਰੇਸ਼ਾਨ ਹੈ। ਤਾਂ ਇੱਕ ਸੈਸ਼ਨ ਹੈ ਲੈਣ, ਜਾਂ ਸਾਡੇ ਕੋਲ ਹੋਰ ਬਹੁਤ ਸਾਰੇ ਬੱਚੇ ਸਾਈਕੋਥੈਰੇਪੀ ਕਰਾਉਂਦੇ ਜੋ ਕਿ ਪ੍ਰਾਣਿਕ ਹੀਲਿੰਗ ਦਾ ਹਿੱਸਾ ਹੈ, ਉਹਦੇ ਨਾਲ ਵੀ ਸਾਡੇ ਕੋਲ ਬਹੁਤ ਅੱਛੇ ਰਿਜ਼ਲਟ ਨੇ। ਤੇ ਹੀਲਿੰਗ ਇੱਕ ਨੈਚੁਰਲ ਥੈਰੇਪੀ ਹੈ। ਜੋ ਵੀ ਕੁਛ ਬੋਲੀਏ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਜਾਂ ਇਕੱਲਾ ਰਹਿਣਾ ਪਸੰਦ ਕਰਦੇ ਹਾਂ, ਇਹ ਸਾਰਾ ਸਾਡੇ ਦਿਮਾਗ ਤੋਂ ਨਿਕਲੀ ਹੋਈ ਗੱਲ ਹੈ। ਤੇ ਅਸੀਂ ਅਗਰ ਆਪਣੇ ਦਿਮਾਗ ਜੇ ਥਾਟਸ ਤੇ ਆਪਣੇ ਕੰਮ ਕਰ ਲਈਏ ਤਾਂ ਆਪਣੇ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਤੇ ਉਹੀ ਕਰਨਾ ਸਿਖਾਉਂਦੇ ਹਾਂ ਅਸੀਂ ਕਾਉਂਸਲਿੰਗ ਦੇ ਥਰੂ, ਅਫਰਮੇਸ਼ਨਸ ਦੇ ਥਰੂ, ਬਾਰ ਸੈਸ਼ਨ ਦੇ ਥਰੂ, ਜਾਂ ਫਿਰ ਪ੍ਰਾਣਿਕ ਹੀਲਿੰਗ ਸੈਸ਼ਨ ਦੇ ਥਰੂ। ਪ੍ਰਾਣਿਕ ਹੀਲਿੰਗ ਦੀ ਗੱਲ ਕਰ ਰਹੇ ਹੋ ਤੁਸੀਂ, ਸਾਨੂੰ ਇੱਕ ਵਾਰੀ ਕਰਕੇ ਦਿਖਾਓ ਕਿ ਉਹਦੇ ਵਿੱਚ ਕਿਸ ਤਰ੍ਹਾਂ ਹੁੰਦਾ? ਚੱਕਰਾਂ ਤੇ ਔਰਾਂ ਤੇ ਕੰਮ ਕਰਦੇ ਨੇ। ਹਰ ਇੱਕ ਇਨਸਾਨ ਦਾ ਇੱਕ ਊਰਜਾ ਸਰੀਰ ਹੁੰਦਾ ਹੈ
ਇਸ ਤਰ੍ਹਾਂ ਸਰੀਰ ਦੇ ਨਾਲ ਇੱਕ ਸਾਡਾ ਊਰਜਾ ਸਰੀਰ 'ਚ ਹੁੰਦਾ ਹੈ ਜੋ ਦਿਖਾਈ ਨਹੀਂ ਦਿੰਦਾ ਹੈ, ਮਗਰ ਜਿਹਨੂੰ એનર્ਜੀ ਬਾਡੀ ਕਹਿੰਦੇ ਆ। ਤਾਂ એનર્ਜੀ ਬਾਡੀ ਨੂੰ ਦੇਖ ਨਹੀਂ ਸਕਦੇ, ਤਾਂ ਉਹਦੇ ਉੱਤੇ ਅਸੀਂ ਹੀਲਿੰਗ ਕਰਦੇ ਹਾਂ ਇਸ ਤਰ੍ਹਾਂ ਕ੍ਰਿਸਟਲ ਦੇ ਨਾਲ। ਹੀਲਰ ਦੂਰ ਤੋਂ ਹੀ ਕੁਛ ਲਗਭਗ 6 ਤੋਂ 7 ਇੰਚ ਦੀ ਦੂਰੀ ਤੇ ਖੜੇ ਹੋ ਕੇ ਹੀਲਰ ਔਰਾ ਸਾਫ਼ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਸੇ ਔਰਾ ਸਾਫ਼ ਕਰਦੇ ਨੇ। ਤੇ ਔਰਾ ਕਲੀਨ ਕਰਨ ਤੋਂ ਬਾਅਦ ਪਹਿਲਾਂ ਫਰੰਟ ਤੋਂ ਔਰਾ ਕਲੀਨ ਕੀਤਾ ਜਾਂਦਾ ਹੈ, ਫਿਰ ਬੈਕ ਤੋਂ ਔਰਾ ਕਲੀਨ ਕੀਤਾ ਜਾਂਦਾ ਹੈ। ਔਰ ਔਰਾ ਕਲੀਨ ਕਰਨ ਤੋਂ ਬਾਅਦ, ਔਰਾ ਕਲੀਨ ਦਾ ਮਤਲਬ ਕੀ ਹੈ? ਮਤਲਬ ਜਿੰਨੇ ਵੀ ਲੋਕਾਂ ਦੇ ਦਿੱਤੇ ਹੋਏ ਵਿਚਾਰ ਨੇ, ਥਾਟ ਹੈ, ਸਟ੍ਰੈਸ ਹੈ, ਪੋਲਿਊਸ਼ਨ ਨਾਲ, ਖਾਣੇ ਨਾਲ, ਸੋਸਾਇਟੀ ਦਾ ਸਟ੍ਰੈਸ ਹੈ, ਉਹ ਸਾਰਾ ਸਾਡੇ ਔਰਾ 'ਚ ਹੁੰਦਾ ਹੈ। तो वो सारा स्ट्रेस असी निकाल के इस तरह नमक वाले पानी दी बाल्टी है, नमक वाला पानी का काम की है, ਉਹਨੂੰ ਖਤਮ ਕਰ ਦਿੰਦਾ ਹੈ, ਡਿਸਇੰਟੀਗ੍ਰੇਟ ਕਰ ਦਿੰਦਾ ਹੈ ਕੋਈ ਵੀ ਨੈਗੇਟਿਵ એનર્ਜੀ, ਡਰਟੀ એનર્ਜੀ ਹੁੰਦਾ ਹੈ। ਇਸ ਨੂੰ ਕੀ ਕਹਿੰਦੇ ਨੇ? ਜਿਹੜਾ ਇੱਕ ਇਹਨਾਂ ਨੇ ਅੱਜ ਆਬਜੈਕਟ ਫੜਿਆ ਹੋਇਆ। ਹਾਂਜੀ, ਤੇ ਇਹ ਕ੍ਰਿਸਟਲ ਪੈਨਸਿਲ ਹੈ ਤੇ ਕ੍ਰਿਸਟਲ ਨਾਲ ਹੀਲਿੰਗ ਕਰ ਰਹੇ ਨੇ। ਤੇ ਉਹਨਾਂ ਦੇ ਹੱਥ 'ਚ ਜਿਹੜੀ ਹੈ ਉਹ ਰੋਜ਼ ਕੁਆਰਟਸ ਬਾਲ ਹੈ। ਸੋ ਇਹ ਕ੍ਰਿਸਟਲ ਫੜਿਆ ਹੋਇਆ ਹੈ, ਉਹ ਕੀ ਕਰਦਾ ਪਿਆ? ਡਰਟੀ એનર્ਜੀ ਜਿਹੜਾ ਕਲਾਇੰਟ ਹੈ ਉਹਦੇ ਤੋਂ ਸਕ ਕਰ ਰਹਾ ਹੈ ਤੇ ਫਿਰ ਉਹ ਨਮਕ ਵਾਲੇ ਪਾਣੀ ਦੀ ਬਾਲਟੀ 'ਚ ਸੁੱਟ ਰਹੇ ਨੇ ਔਰ ਖਤਮ ਕਰ ਰਹਾ ਹੈ ਉਹ ਜਿਹੜੀ ਵੀ ਡਰਟੀ એનર્ਜੀ ਹੈ। ਤੇ ਜੋ ਰੋਜ਼ ਕੁਆਰਟਸ ਬਾਲ ਹੈ ਉਹ ਇਸ ਲਈ ਫੜੀ ਹੈ ਤਾਂ ਕਿ ਹੀਲਰ ਆਪਣੇ ਆਪ ਨੂੰ ਤੰਦਰੁਸਤ ਰੱਖੇ, ਉਹਦੇ ਕੋਲ ਔਰ ਸ਼ਕਤੀ ਆਏ। ਸ਼ਕਤੀ ਕਿੱਥੋਂ ਆਣੀ ਹੈ? ਸ਼ਕਤੀ ਸੂਰਜ, ਹਵਾ ਤੇ ਧਰਤੀ 'ਚ ਬਹੁਤ ਸ਼ਕਤੀ ਹੈ ਔਰ ਇਨਸਾਨ ਆਪਣੇ ਆਪ ਨੂੰ ਠੀਕ ਕਰ ਸਕਦਾ ਹੈ। ਅਗਰ ਅਸੀਂ ਸੋਚੀਏ 500 ਸਾਲ ਪਹਿਲਾਂ ਤਾਂ ਕੋਈ ਵੀ ਦਵਾਈ ਤੇ ਕੋਈ ਟ੍ਰੀਟਮੈਂਟ ਨਹੀਂ ਥਾ, ਤੇ ਜੜੀ ਬੂਟੀਆਂ ਦੇ ਨਾਲ ਜਿਹੜੇ ਵੈਦ ਸੀ ਤੇ ਨੈਚੁਰਲ ਤਰੀਕੇ ਨਾਲ ਹੀ ਲੋਕਾਂ ਨੂੰ ਠੀਕ ਕੀਤਾ ਜਾਂਦਾ ਸੀ। ਸੋ ਇਹ ਪ੍ਰਾਣਿਕ ਹੀਲਿੰਗ ਵੀ ਉਹੀ ਕੰਮ ਕਰਦੀ ਹੈ ਤੇ ਕੁਦਰਤ ਤੋਂ ਸ਼ਕਤੀ ਲੈਂਦੀ ਹੈ ਤਾਂ ਇਨਸਾਨ ਨੂੰ ਠੀਕ ਕਰਦੀ ਹੈ। ਪ੍ਰਾਣਿਕ ਹੀਲਿੰਗ ਇੱਕ ਕੰਪਲੀਮੈਂਟਰੀ ਹੀਲਿੰਗ ਹੈ ਮੈਡੀਕਲ ਸਾਇੰਸ ਨੂੰ। ਸੋ ਜੇ ਕਿਸੇ ਕੀ ਪੇਸ਼ੈਂਟ ਨੂੰ ਕਿਹਾ ਗਿਆ ਕਿ ਉਹਨੂੰ ਬੁਖਾਰ ਹੈ ਤੇ ਉਹਨੂੰ ਹਫਤਾ ਲੱਗਣਾ ਹੈ ਵਾਇਰਲ ਠੀਕ ਹੋਣ 'ਚ, ਜੇ ਅਸੀਂ ਦਵਾਈ ਦੇ ਨਾਲ ਹੀਲਿੰਗ ਨੂੰ ਦਿੰਦੇ ਹਾਂ ਤਾਂ ਉਹ ਜਿਹੜਾ ਕਿ ਪੇਸ਼ੈਂਟ ਹੈ ਉਹ 1 ਹਫਤੇ ਦੀ ਬਜਾਏ 3 ਦਿਨ 'ਚ ਠੀਕ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਇਸ ਚੀਜ਼ ਨੂੰ ਪ੍ਰੈਕਟਿਸ ਕੀਤਾ ਜਾਂਦਾ ਹੈ। ਸੋ ਪ੍ਰਾਣਿਕ ਹੀਲਿੰਗ ਮਾਸਟਰ ਚੌਕਕ ਸੂਈ ਨੇ ਸ਼ੁਰੂ ਕੀਤੀ ਸੀ ਫਿਲੀਪੀਨ ਤੋਂ, ਇੱਕ ਹੀ ਪਰਪਸ ਨਾਲ ਕਿ ਇਨਸਾਨ ਆਪਣੀ ਪ੍ਰੋਬਲਮ ਤੋਂ ਬਾਹਰ ਨਿਕਲ ਸਕਦਾ ਹੈ, ਬਹੁਤ ਨੈਚੁਰਲ ਤਰੀਕੇ ਤੋਂ ਨਿਕਲ ਸਕਦਾ ਹੈ ਅਗਰ ਨਿਕਲਣਾ ਚਾਹੇ। ਪ੍ਰਾਣਿਕ ਹੀਲਿੰਗ ਕਿਹੜੇ ਸਮੱਸਿਆਵਾਂ ਦੇ ਵਿੱਚ ਕੰਮ ਆਉਂਦੀ ਹੈ? ਕਿਹੜੀ ਕਾਮਯਾਬ ਕਿਸ ਚੀਜ਼ ਲਈ ਹੈ? ਪ੍ਰਾਣਿਕ ਹੀਲਿੰਗ ਫਿਜ਼ੀਕਲ ਏਲਮੈਂਟ ਜਿਵੇਂ ਕਿ ਸਿਰ ਦਰਦ, ਖਾਂਸੀ, ਜ਼ੁਕਾਮ, ਬੁਖਾਰ, ਅਸੀਂ ਕੋਵਿਡ ਦੀ ਬਹੁਤ ਅੱਛੀ ਹੀਲਿੰਗ ਕੀਤੀਆਂ ਨੇ। ਲੋਕਾਂ ਨੂੰ ਵੈਂਟੀਲੇਟਰ ਤੋਂ ਵੀ ਹੈਲਪ ਕੀਤਾ ਹੈ ਸੇਵ ਕਰਨ 'ਚ। ਅਗੇਨ ਮੈਂ ਗੱਲ ਕਹਾਂਗੀ ਕਿ ਇਹ ਨਹੀਂ ਹੈ ਕਿ ਮੈਡੀਕਲ ਟ੍ਰੀਟਮੈਂਟ ਨਹੀਂ ਦੇਣਾ ਪਿਆ, ਡਾਕਟਰ ਤੋਂ ਦਵਾਈ ਵੀ ਲਈ ਹੈ ਸਾਡੇ ਕਲਾਇੰਟਸ ਨੇ, ਮਗਰ ਟ੍ਰੀਟਮੈਂਟ ਦੇ ਨਾਲ ਨਾਲ ਜਦੋਂ ਹੀਲਿੰਗ ਦਿੱਤੀ ਜਾਂਦੀ ਹੈ ਰਿਕਵਰੀ ਰੇਟ ਫਾਸਟ ਹੋ ਜਾਂਦਾ ਹੈ, ਸਾਈਡ ਇਫੈਕਟਸ ਨਹੀਂ ਹੁੰਦੇ ਕਿਸੇ ਵੀ ਮੈਡੀਸਨ ਦੇ, ਮੈਂਟਲੀ ਸਟਰੋਂਗ ਹੁੰਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਅਸੀਂ એનર્ਜੀ ਹੀਲਿੰਗ ਦੇ ਡਾਕਟਰ ਨੇ, ਡਾਕਟਰ ਕਹਿ ਲਓ ਜਾਂ એનર્ਜੀ ਹੀਲਰ ਹੈ। ਤੇ ਜੋ ਡਾਕਟਰ ਹੈ ਉਹ ਫਿਜ਼ੀਕਲ ਹੀਲਿੰਗ ਕਰਤਾ ਹੈ ਬੋਡੀ ਦੀ। ਸੋ ਫਿਜ਼ੀਕਲ ਬੋਡੀ ਨੂੰ ਵੀ ਹੀਲ ਕਰਦੇ ਨੇ। ਪ੍ਰਾਣਿਕ ਹੀਲਿੰਗ ਨੂੰ ਅਸੀਂ ਇਮੋਸ਼ਨਲ ਹੀਲਿੰਗ, ਰਿਲੇਸ਼ਨਸ਼ਿਪ ਹੀਲਿੰਗ ਲਈ ਵੀ ਕਰਦੇ ਨੇ। ਮੈਂਟਲ ਹੀਲਿੰਗ ਸਮਝ ਸਕਦੇ ਹਾਂ। ਯੈਸ, ਮੈਂਟਲ ਹੀਲਿੰਗ ਚਾਹੁੰਦਾ ਹੈ ਜਿਵੇਂ ਕਿ ਸਟ੍ਰੈਸ ਬਹੁਤ ਜ਼ਿਆਦਾ ਵੱਧ ਗਿਆ ਹੈ ਨਾ, ਐਂਗਰ ਬਹੁਤ ਜ਼ਿਆਦਾ ਵੱਧ ਗਿਆ ਹੈ ਔਰ ਲੋਕਾਂ ਨੂੰ ਨਹੀਂ ਸਮਝ ਆਉਂਦਾ ਕਿ ਜਦੋਂ ਉਹਨੂੰ ਗੁੱਸਾ ਆਉਂਦਾ ਤਾਂ ਕੀ ਕਰੀਏ। ਤਾਂ ਹੀਲਿੰਗ ਦੇ ਨਾਲ ਅਸੀਂ ਉਹ ਸਾਰਾ ਸਟ੍ਰੈਸ ਤੇ ਐਂਗਰ ਨੂੰ ਨਿਕਾਲ ਦਿੰਦੇ ਹਾਂ। ਤਾਂ ਇਨਸਾਨ ਦਾ ਜੋ ਅਸਲੀ ਰੂਪ ਹੈ ਉਹਦੇ ਵਿੱਚ ਗੁੱਸਾ ਜ਼ਿਆਦਾ, ਫਾਲਤੂ ਦਾ ਗੁੱਸਾ ਨਹੀਂ ਹੈ, ਨਾ ਹੀ ਸਟ੍ਰੈਸ ਹੈ। ਇਨਸਾਨ ਪਰਮਾਤਮਾ ਦੀ ਬਣਾਈ ਹੋਈ ਇੱਕ ਇਹੋ ਜਿਹਾ ਜੀਵ ਹੈ ਜੋ ਹਰ ਸਮੇਂ ਖੁਸ਼ ਰਹਿਣ ਲਈ ਹੈ, ਮਗਰ ਤਣਾਅ 'ਚ ਰਹਿ ਕੇ ਉਹ ਸਟ੍ਰੈਸ ਤੇ ਗੁੱਸੇ 'ਚ ਰਹਿੰਦਾ ਹੈ। ਹੀਲਿੰਗ ਦੇ ਦੁਆਰਾ ਅਸੀਂ ਉਹ ਸਟ੍ਰੈਸ ਤੇ ਗੁੱਸਾ ਜਾਂ ਕੋਈ ਵੀ ਇਰੀਟੇਸ਼ਨ ਹੈ ਉਹਨੂੰ ਕੱਢ ਦਿੰਦੇ ਹਾਂ ਤਾਂ ਪਰਸਨ ਨੂੰ ਲੱਗਦਾ ਮੈਂ ਤਾਂ ਬਹੁਤ ਚੰਗਾ ਫੀਲ ਕਰ ਰਿਹਾ। ਜਿਸ ਤਰ੍ਹਾਂ ਇੰਡੀਅਨਸ ਦੇ ਆਪਾਂ ਦੇਖਦੇ ਹਾਂ ਕਿ ਉਹ ਇਸ ਚੀਜ਼ ਨੂੰ ਜ਼ਿਆਦਾ ਗਿਣਦੇ ਨਹੀਂ ਹੈ, ਜਿਹੜੇ ਮੈਂਟਲ ਪ੍ਰੋਬਲਮਸ ਹੈ ਉਹ ਜ਼ਿਆਦਾ ਇਹਨੂੰ ਉਹ ਨਹੀਂ ਫੋਕਸ ਨਹੀਂ ਕਰਦੇ, ਉਹ ਸਿਰਫ ਆਪਣੀ ਫਿਜ਼ੀਕਲ ਪ੍ਰੋਬਲਮਸ ਹੁੰਦੀ ਹੈ ਤਾਂ ਸਿਰਫ ਉਦੋਂ ਹੀ ਡਾਕਟਰ ਕੋਲ ਜਾਂਦੇ ਨੇ। ਇਸ ਤਰ੍ਹਾਂ ਦੀ ਵੀ ਕੋਈ ਸਮੱਸਿਆ ਆਉਂਦੀ ਹੈ? ਸਾਡੇ ਕੋਲ ਵੀ ਇਹੋ ਜਿਹੇ ਪੇਸ਼ੈਂਟਸ, ਕਲਾਇੰਟਸ ਆਉਂਦੇ ਨੇ ਜਿਹੜੇ ਕਿ ਪੁੱਛਦੇ ਆ ਕੰਮ ਵੀ ਕਰਦੀ ਹੈ, ਇਹਦੇ ਤੋਂ ਫਰਕ ਵੀ ਪੈਂਦਾ ਹੈ, ਕੀ ਫਰਕ ਪੈਂਦਾ ਹੈ, ਕਿੰਨਾ ਕੁ ਰਿਜ਼ਲਟ ਮਿਲਦਾ ਹੈ। ਸਾਡੇ ਕੋਲ ਇੱਕ ਹੀ ਜਵਾਬ ਹੈ ਕਿ ਤੁਸੀਂ ਆ ਕੇ ਇੱਕ ਹੀਲਿੰਗ ਤੇ ਇੱਕ ਸਿਟਿੰਗ ਲੈ ਕੇ ਦੇਖੋ।
ਇਹ ਡਾਕਟਰ ਤੋਂ ਵੀ ਅਸੀਂ ਦਵਾਈ ਲੈਂਦੇ ਨਾ ਤਾਂ ਪਹਿਲੀ ਵਾਰੀ ਦਵਾਈ 'ਚ ਅਸਰ ਨਹੀਂ ਪੈਂਦਾ ਬਹੁਤ ਸਾਰੇ ਡਾਕਟਰ ਨੂੰ, ਤਾਂ ਬਟ ਸਾਡਾ ਕਿਤੇ ਨਾ ਕਿਤੇ ਵਿਸ਼ਵਾਸ ਹੈ ਨਾ ਡਾਕਟਰ 'ਤੇ, ਤਾਂ ਇਹ ਆ ਜਿਹੜੀ ਹੀਲਿੰਗ ਹੈ ਇਹ ਕੁਦਰਤ ਨਾਲ ਜੋੜਦੀ ਹੈ। ਕੁਦਰਤ ਤੋਂ ਵਧੀਆ ਕੋਈ ਵੀ ਹੀਲਰ ਨਹੀਂ ਹੈ ਦੁਨੀਆ 'ਚ, ਅਤੇ ਪਰਮਾਤਮਾ ਕੁਦਰਤ ਦੀ ਸ਼ਕਤੀ ਨਾਲ ਜਦੋਂ ਅਸੀਂ ਕਿਸੇ ਨੂੰ ਹੀਲਿੰਗ ਕਰਦੇ ਹਾਂ ਤਾਂ ਲੋਕ ਆਉਂਦੇ ਚਾਹੇ ਇੱਕ ਸ਼ੰਕਾ ਦੇ ਨਾਲ ਹੈ ਕਿ ਪਤਾ ਨਹੀਂ ਇਹ ਕੰਮ ਕਰਦਾ ਕਿ ਨਹੀਂ, ਮਗਰ ਜਾਂਦੇ ਸਾਰੇ ਕੇ ਸਾਰੇ ਖੁਸ਼ ਹੋ ਕੇ ਇੱਕ ਮੁਸਕਰਾਹਟ ਦੇ ਨਾਲ ਜਾਂਦੇ ਕਿ ਆ ਅਸੀਂ ਰਿਲੀਫ ਬਹੁਤ ਬਹੁਤ ਚੰਗਾ ਲੱਗ ਰਿਹਾ। ਜਿਸ ਤਰ੍ਹਾਂ ਬਹੁਤ ਸਾਰੇ ਕਈ ਲੋਕ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ, ਉਹਨਾਂ ਲਈ ਕੋਈ ਟਿਪਸ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਆਪਣੇ ਜਿਹੜਾ ਉਹਨੂੰ ਕੰਟਰੋਲ ਕਰ ਸਕਦੇ ਨੇ ਆਪਣੇ ਗੁੱਸੇ ਨੂੰ, ਜਾਂ ਫਿਰ ਆਪਣੇ ਜਿੱਦਾਂ ਕੁਝ ਲੋਕਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ, ਉਹ ਆਪਣਾ ਇਕੱਲਾ ਫੀਲ ਕਰਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਟਿਪਸ ਦੇਣਾ ਚਾਹੋਗੇ? ਜਿਹੜੇ ਕਿ ਡਿਪਰੈਸ਼ਨ ਦੇ ਪੇਸ਼ੈਂਟ ਹੈ ਅਸੀਂ ਉਹਨਾਂ ਸਾਰਿਆਂ ਨੂੰ ਕਹਾਂਗੇ ਕਿ ਤੁਸੀਂ ਕਿਤੇ ਨਾ ਕਿਤੇ ਕੁਦਰਤ ਤੋਂ ਦੂਰ ਹੋ। ਜਦੋਂ ਵੀ ਮੌਕਾ ਮਿਲੇ ਪੇੜ ਪੌਦਿਆਂ ਕੋਲ ਜਾ ਕੇ ਬੈਠੋ, ਗਹਿਰੀ ਲੰਬੀ ਸਾਂਸ ਲਓ। ਜਿਹੜੀ ਕਿ ਸ਼ਕਤੀ ਸਾਡੀ ਕੁਦਰਤ ਵਿੱਚ ਪੇੜ ਪੌਦਿਆਂ 'ਚ ਹੈ ਉਹ ਸਾਰੇ ਕੀ ਸਾਰੀ ਸਵਾਸਾਂ ਨੂੰ ਸਾਫ਼ ਕਰਦੀ ਹੈ ਅਤੇ ਤਰੋ ਤਾਜ਼ਾ ਕਰਦੀ ਹੈ। ਉਹਦੇ ਨਾਲ ਇੱਕਦਮ ਸਾਡੀ ਡਿਪਰੈਸ਼ਨ ਦੀ ਐਨਰਜੀ ਨਿਕਲ ਜਾਂਦੀ ਹੈ। ਤਾਂ ਜ਼ਰੂਰ ਪੇੜ ਪੌਦੇ ਕੁਦਰਤ ਦੇ ਨਾਲ ਜਾ ਕੇ ਟਾਈਮ ਸਪੈਂਡ ਕਰਨਾ ਚਾਹੀਦਾ ਹੈ, ਚਾਹੇ ਸੈਰ ਕਰੋ, ਚਾਹੇ ਤੁਸੀਂ ਥੋੜ੍ਹਾ ਜ਼ੋਰ ਤੇ ਖਿਲਖਿਲਾ ਕੇ ਹੱਸੋ, ਲਾਫਟਰ ਯੋਗਾ ਕਰੋ, ਜਾਂ ਫਿਰ ਬਰੀਦਿੰਗ ਐਕਸਰਸਾਈਜ਼ਸ ਕੁਛ ਵੀ ਕਰ ਸਕਦੇ ਹੋ। ਗੁੱਸੇ ਦੇ ਲਈ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ, ਪਹਿਲੀ ਬਾਤ ਤਾਂ ਇਸ ਚੀਜ਼ ਨੂੰ ਅਪਣਾਉਣਾ ਹੈ ਕਿ ਗੁੱਸਾ ਇਨਸਾਨ ਦੀ ਫਿਤਰਤ ਹੈ। ਅਸੀਂ ਇਹ ਨਹੀਂ ਕਹਿ ਸਕਦੇ ਇਨਸਾਨ ਨੂੰ ਗੁੱਸਾ ਨਹੀਂ ਆਉਂਦਾ, ਉਹ ਆਉਂਦਾ ਹੈ, ਗੁੱਸਾ ਆਇਆ ਤਾਂ ਚਲਾ ਵੀ ਜਾਏਗਾ। ਜੇ ਗੁੱਸਾ ਆ ਗਿਆ ਤਾਂ ਕੀ ਕਰ ਸਕਦੇ ਆ ਉਸ ਸਮੇਂ? ਅਫਰਮੇਸ਼ਨਸ ਬਹੁਤ ਕੰਮ ਆਉਂਦੀਆਂ ਨੇ। ਅਗਰ ਉਸ ਇਨਸਾਨ ਜਿਸ ਨੂੰ ਜਦੋਂ ਗੁੱਸਾ ਆਇਆ ਉਹਨੂੰ ਸਿਰਫ ਇਤਨਾ ਕਹਿਣਾ ਹੈ, ਵਾਓ ਆਈ ਐਮ ਐਂਗਰੀ। ਇੱਕ ਸੈਂਟੈਂਸ ਵਾਓ ਮੈਂ ਗੁੱਸੇ 'ਚ ਹਾਂ, ਗੁੱਸਾ ਹੀ ਦੌੜ ਜਾਂਦਾ ਹੈ। ਕਿਉਂਕਿ ਅਸੀਂ ਗੁੱਸੇ ਤੋਂ ਇੱਕ ਨਫ਼ਰਤ ਹੈ, ਉਹਦੇ ਤੋਂ ਹੋਰ ਜ਼ਿਆਦਾ ਨਫ਼ਰਤ ਕਰਨਗੇ ਤਾਂ ਉਹ ਚਿਪਕੇਗਾ। ਤੁਸੀਂ ਉਹਨੂੰ ਕਹੋ ਕਿ ਵਾਹ ਮੈਨੂੰ ਗੁੱਸਾ ਆਇਆ, ਗੁੱਸਾ ਵੀ ਦੌੜ ਜਾਂਦਾ ਹੈ। ਅਤੇ ਨਾਲ ਅਸੀਂ ਵੀ ਕਹਿ ਸਕਦੇ ਹਾਂ ਕਿ ਮੈਂ ਇੱਕ ਬਹੁਤ ਪਿਆਰ ਵਾਲਾ ਜੀਵ ਹਾਂ, ਮੈਂ ਇੱਕ ਬਹੁਤ ਸ਼ਾਂਤੀ ਵਾਲਾ ਜੀਵ ਹਾਂ, ਔਰ ਮੈਂ ਸਾਰੀ ਤਰਫ ਪਿਆਰ ਅਤੇ ਸ਼ਾਂਤੀ ਫੈਲਾਉਂਦਾ ਹੈ, ਅਤੇ ਗੁੱਸਾ ਆਇਆ ਤਾਂ ਚਲਾ ਵੀ ਜਾਏਗਾ। ਇੱਕ ਹੋਰ ਗੱਲ ਮੈਂ ਪੁੱਛਣਾ ਚਾਹੁੰਦੀ ਸੀਗੀ ਕਿ ਚੱਕਰਾ ਹੀਲਿੰਗ ਕੀ ਹੁੰਦੀ ਹੈ? ਇੱਥੇ ਉਹ ਵੀ ਕਰਵਾਈ ਜਾਂਦੀ ਹੈ, ਉਹਦੇ ਵਿੱਚ ਕੀ ਹੁੰਦਾ, ਕੀ ਪ੍ਰੋਸੈਸ ਹੁੰਦਾ ਉਸ ਚੀਜ਼ ਦਾ? ਚੱਕਰਾ ਸਾਡੀ ਐਨਰਜੀ ਬੋਡੀ ਦੇ ਔਰਗਨਸ ਹੁੰਦੇ ਨੇ। ਜਿਵੇਂ ਕਿ ਫਿਜ਼ੀਕਲ ਬੋਡੀ ਦਾ ਔਰਗਨ ਹੁੰਦਾ ਹੈ ਲੰਗ, ਲਿਵਰ, ਕਿਡਨੀ, ਇਵੇਂ ਹੀ ਸਾਡੀ ਐਨਰਜੀ ਬੋਡੀ ਹੈ ਜਿਹੜੀ ਕਿ ਸਾਡੇ ਇੰਜਨ ਸਾਥ ਜਾ ਰਹੀ ਹੈ, ਹਰ ਇੱਕ ਸਰੀਰ ਦੇ ਨਾਲ ਜਾਂਦੀ ਹੈ। ਤਾਂ ਐਨਰਜੀ ਬੋਡੀ ਦੇ ਔਰਗਨਸ ਜਿਹੜੇ ਨੇ ਉਹਨਾਂ ਨੂੰ ਚੱਕਰਾ ਕਿਹਾ ਜਾਂਦਾ ਹੈ। ਅਤੇ ਚੱਕਰਾਂ ਨੂੰ ਸਾਫ਼ ਕਰਕੇ, ਜਿਵੇਂ ਕਿ ਇੱਥੇ ਇੱਕ ਚੱਕਰਾ ਹੈ ਜਿਹਨੂੰ ਕਿਹਾ ਜਾਂਦਾ ਹੈ ਵਿਸ਼ੁੱਧੀ ਚੱਕਰ, ਜਾਂ ਜਿਹਨੂੰ ਕਿਹਾ ਜਾਂਦਾ ਹੈ ਕਿ ਥਰੋਟ ਚੱਕਰਾ ਹੈ ਸਾਡਾ। ਨਾਓ ਇਸ ਚੱਕਰਾ ਕੀ ਕੰਟਰੋਲ ਕਰਕੇ ਬੈਠਾ ਹੈ? ਸਾਡੇ ਥਾਇਰਾਇਡ ਗਲੈਂਡ ਨੂੰ ਕੰਟਰੋਲ ਕਰ ਰਿਹਾ ਹੈ ਅਤੇ ਖਾਂਸੀ ਜ਼ੁਕਾਮ ਨੂੰ ਕੰਟਰੋਲ ਕਰ ਰਿਹਾ ਹੈ। ਤਾਂ ਜਦ ਅਸੀਂ ਇਸ ਚੱਕਰਾਂ ਨੂੰ ਸਾਫ਼ ਕਰਦੇ ਹਾਂ ਆਪਣੀ ਟੈਕਨੀਕ 'ਤੇ, ਅਸੀਂ ਸਿਖਾਉਂਦੇ ਵੀ ਹਾਂ ਕਿ ਕਿਵੇਂ ਆਪ ਆਪਣੀ ਹੀਲਿੰਗ ਵੀ ਕਰ ਸਕਦੇ ਹੋ। ਸਿੰਪਲ ਐਵੇਂ ਕਲੀਨ ਕਰਕੇ ਕੋਈ ਇਨਸਾਨ ਨਮਕ ਵਾਲੇ ਪਾਣੀ 'ਚ ਇੱਕ ਟੈਕਨੀਕ ਦੇ ਨਾਲ ਪ੍ਰੋਪਰ ਕਰਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਅਰੇ ਇਹ ਤਾਂ ਬੜੀ ਚੰਗੀ ਚੀਜ਼ ਹੈ ਕਿ ਜੋ ਵੀ ਮੇਰੇ ਗਲੇ 'ਤੇ ਡਰਟੀ ਐਨਰਜੀ ਆਈ ਸੀ ਉਹ ਠੀਕ ਹੋ ਗਈ। ਸਿਮਿਲਰਲੀ ਕਿਸੇ ਦੇ ਸਿਰ ਦਰਦ ਹੋ ਰਿਹਾ ਹੈ, ਇੱਥੇ ਇੱਕ ਚੱਕਰਾ ਹੈ, ਅਜਨਾ ਚੱਕਰਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਚੱਕਰ ਨੇ ਅਲੱਗ-ਅਲੱਗ। ਇੱਥੇ ਇੱਕ ਚੱਕਰ ਹੈ ਜਿਹਨੂੰ ਫੋਰਹੈਡ ਚੱਕਰ ਕਿਹਾ ਜਾਂਦਾ ਹੈ, ਇੱਥੇ ਸਹਿਰਸਹਾਰ ਚੱਕਰ ਹੈ ਜਿਹਨੂੰ ਕਰਾਊਨ ਚੱਕਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਚੱਕਰ ਨੇ ਜੋ ਸਾਡੇ ਬੋਡੀ ਦੇ ਔਰਗਨ ਅਤੇ ਇਮੋਸ਼ਨਸ ਅਤੇ ਥਾਟਸ ਨੂੰ ਕੰਟਰੋਲ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਿਰ ਦਰਦ ਹੁੰਦਾ, ਤਾਂ ਉਹ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਜਦੋਂ ਠੀਕ ਹੋ ਜਾਂਦਾ ਉਹਦੇ ਨਾਲ? ਜਦੋਂ ਕਿ ਸਾਡੇ ਕੋਈ ਕਲਾਇੰਟ ਆਉਂਦਾ, ਉਹ ਕਹਿੰਦਾ ਮੇਰਾ ਸਿਰ ਦਰਦ ਹੁੰਦਾ ਹੈ, ਤਾਂ ਪਹਿਲਾ ਸਵਾਲ ਸਾਡਾ ਹੁੰਦਾ ਕਿ ਕਿੰਨਾ ਕੁ ਸਿਰ ਦਰਦ ਹੋ ਰਿਹਾ ਹੈ। ਪੇਸ਼ੈਂਟ ਕਹਿੰਦਾ ਮੈਨੂੰ 1 ਤੋਂ ਲੈ ਕੇ 10 ਨੰਬਰ ਦੇ ਵਿੱਚ 10 ਨੰਬਰ ਦਾ ਸਿਰ ਦਰਦ ਹੋ ਰਿਹਾ, ਕਿੱਥੇ ਹੋ ਰਿਹਾ ਹੈ? ਪੇਸ਼ੈਂਟ ਕਹਿੰਦਾ ਮੇਰੇ ਇੱਥੇ ਸਿਰ ਦਰਦ ਹੋ ਰਿਹਾ ਹੈ। ਤਾਂ ਅਸੀਂ ਕੀ ਕਰਦੇ ਹਾਂ ਕਿ ਜਿਵੇਂ ਆਪਣੇ ਹੱਥ ਦੇ ਨਾਲ ਇਸ ਤਰ੍ਹਾਂ ਸੇ ਕਲੀਨ ਕਰਕੇ ਸਾਲਟ ਵਾਟਰ ਬਕਟ 'ਚ ਡਰਟੀ ਐਨਰਜੀ ਸੁੱਟਦੇ ਹਾਂ, ਅਤੇ ਇੱਥੇ ਡਿਵਾਈਨ ਐਨਰਜੀ ਲੈ ਕੇ ਉੱਥੇ ਉਸ ਜਗ੍ਹਾ 'ਤੇ ਅਸੀਂ ਦਿੰਦੇ ਹਾਂ। ਲਗਭਗ 10-15 ਮਿੰਟ ਦਾ ਪ੍ਰੋਸੈਸ ਹੁੰਦਾ ਐਂਡ ਦ ਪਰਸਨ, ਉਸ ਇਨਸਾਨ ਨੂੰ ਲੱਗਦਾ ਕਿ ਅਰੇ ਮੈਨੂੰ ਤਾਂ ਬਹੁਤ ਫਰਕ ਪੜ ਰਿਹਾ। ਅਸੀਂ ਕੁਛ ਨਹੀਂ ਕਰ ਰਹੇ ਹੈ, ਅਸੀਂ ਤਾਂ ਸਿਰਫ ਇੱਕ ਇੰਸਟਰੂਮੈਂਟ ਆ ਜਿਹੜਾ ਕਿ ਐਨਰਜੀ ਟਰਾਂਸਫਰ ਕਰਦਾ ਹੈ ਕਲਾਇੰਟ ਦੀ ਬੋਡੀ 'ਤੇ। ਕਰ ਉਹਦਾ ਸਰੀਰ ਖੁਦ ਹੀ ਰਿਹਾ। ਦੇਖੀਏ ਜਦੋਂ ਵੀ ਕਦੀ ਕੋਈ ਪੇਸ਼ੈਂਟ ਠੀਕ ਹੁੰਦਾ ਹੈ ਡਾਕਟਰ ਦੇ ਕੋਲ,
ਤਾਂ ਡਾਕਟਰ ਔਰ ਪੇਸ਼ੈਂਟ ਦੋਨੋਂ ਦਾ ਕੰਬਾਈਨਡ ਰੋਲ ਹੁੰਦਾ ਹੈ ਤਾਂ ਹੀ ਪੇਸ਼ੈਂਟ ਦਾ ਅੱਛਾ ਰਿਜ਼ਲਟ ਆਉਂਦਾ ਹੈ। ਸਾਡੇ ਕੋਲ ਵੀ ਅਸੀਂ ਤਾਂ ਸਿਰਫ એનર્ਜੀ ਦਿੰਦੇ ਹਾਂ, ਜਦ ਪੇਸ਼ੈਂਟ ਆਪਣੇ ਆਪ ਖੁਸ਼ੀ-ਖੁਸ਼ੀ ਉਹਨੂੰ ਅਪਣਾਉਂਦਾ ਹੈ, ਵਿਸ਼ਵਾਸ ਦੇ ਨਾਲ ਲੈਂਦਾ ਹੈ ਤਾਂ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਜੀ ਔਰ ਪ੍ਰਾਣਿਕ ਹੀਲਿੰਗ ਇਸ 'ਤੇ ਵੀ ਬੇਸਡ ਹੈ ਕਿ ਕੁਦਰਤ ਨੇ ਸਾਡੇ ਸਰੀਰ ਨੂੰ ਇੰਨੀ ਸ਼ਕਤੀ ਦਿੱਤੀ ਹੈ, ਅਸੀਂ ਇੰਨੇ ਕੁ ਸ਼ਕਤੀਸ਼ਾਲੀ ਪਾਵਰਫੁਲ ਹੈ, ਅਸੀਂ ਕੋਈ ਵੀ ਬਿਮਾਰੀ ਨੂੰ ਠੀਕ ਕਰ ਸਕਦੇ ਹਾਂ। ਅਸੀਂ ਉਸੀ ਸ਼ਕਤੀ ਨੂੰ ਵਧਾਉਂਦੇ ਹਾਂ ਹੀਲਿੰਗ ਦੇ ਥਰੂ। ਇਹ ਜਿਹੜੇ ਤੁਸੀਂ ਟੈਕਨੀਕਸ ਦੱਸੀਆਂ ਇਹਦੇ ਨਾਲ ਆਪਾਂ ਫਿਜ਼ੀਕਲ ਹੀਲਿੰਗ ਵੀ ਕਰ ਸਕਦੇ ਹਾਂ ਤੇ ਮੈਂਟਲ ਹੀਲਿੰਗ ਦੋਵਾਂ 'ਤੇ ਕਾਰਗਰ ਸਾਬਿਤ ਹੁੰਦੇ ਹੈ। ਫਿਜ਼ੀਕਲ ਹੀਲਿੰਗ, ਮੈਂਟਲ ਹੀਲਿੰਗ, ਇਮੋਸ਼ਨਲ ਹੀਲਿੰਗ, ਪੈਸੇ ਤੋਂ ਲੈ ਕੇ ਤਣਾਅ ਵੀ ਅਸੀਂ ਠੀਕ ਕਰਦੇ। ਰਿਲੇਸ਼ਨਸ਼ਿਪ ਹੀਲਿੰਗ ਅੱਜ ਕੱਲ੍ਹ ਬਹੁਤ ਬੜੀ ਪ੍ਰੋਬਲਮ ਹੁੰਦੀ ਜਾ ਰਹੀ ਹੈ, ਲੋਕਾਂ 'ਚ ਬਹੁਤ ਸਾਰੇ ਪ੍ਰੋਬਲਮ ਹੈ ਰਿਸ਼ਤੇਦਾਰਾਂ ਨੂੰ ਲੈ ਕੇ, ਉਹ ਵੀ ਹੀਲਿੰਗ ਕਰ ਪਾਉਂਦੇ ਅਸੀਂ। ਮੈਮ ਮੇਰਾ ਆਖਰੀ ਸਵਾਲ ਇਹ ਹੈ ਕਿ ਆ ਜਿਹੜਾ ਤੁਸੀਂ ਕਰ ਰਹੇ ਹੋ ਇਹਦੇ ਲਈ ਕੋਈ ਸਟੱਡੀ ਦੀ ਵੀ ਲੋੜ ਪੈਂਦੀ ਹੈ ਜਾਂ ਫਿਰ ਕੋਈ ਤੁਸੀਂ ਸਪੈਸ਼ਲ ਸਰਟੀਫਿਕੇਸ਼ਨ ਕੋਰਸ ਕੀਤਾ ਹੋਇਆ? ਹਾਂਜੀ ਹਾਂਜੀ, ਮੈਂ ਇੱਕ ਸਰਟੀਫਾਈਡ ਪ੍ਰਾਣਿਕ ਹੀਲਿੰਗ ਹੀਲਰ ਹਾਂ। ਸੋ ਇੱਕ ਕੋਰਸ ਹੈ ਜਿਹੜਾ ਕਿ ਵਰਲਡ ਪ੍ਰਾਣਿਕ ਹੀਲਿੰਗ ਤੋਂ ਰਿਲੇਟਿਡ ਹੈ, ਜਿਹੜਾ ਕਿ ਹੈੱਡ ਆਫਿਸ ਫਿਲੀਪੀਨਸ 'ਚ ਹੈ ਅਤੇ 100 ਤੋਂ ਜ਼ਿਆਦਾ ਕੰਟਰੀਜ਼ ਫੋਲੋ ਕੀਤਾ ਜਾਂਦਾ ਹੈ। ਅਤੇ ਜਿਹੜਾ ਕਿ ਮੈਂ ਐਕਸੈਸ ਬਾਰ ਕਰ ਰਹੀ ਹਾਂ ਉਸ ਦੇ ਲਈ ਵੀ ਮੈਂ ਪ੍ਰੈਕਟੀਸ਼ਨਰ ਹਾਂ, ਸਰਟੀਫਾਈਡ ਬਾਰਸ ਪ੍ਰੈਕਟੀਸ਼ਨਰ ਹਾਂ। ਉਹ ਵੀ ਸਾਡੇ ਜੋ ਕੋਰਸ ਹੈ ਅਮਰੀਕਾ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ 176 ਕੰਟਰੀ 'ਚ ਫੋਲੋ ਕੀਤਾ ਜਾਂਦਾ ਹੈ। ਸੋ ਇਹ ਸਾਰੇ ਕੋਰਸਿਸ ਨੂੰ ਇੰਝ ਨਹੀਂ ਫੋਲੋ ਕੀਤਾ ਜਾਂਦਾ। ਫॉर श्योर ਅਸੀਂ ਸਰਟੀਫਿਕੇਸ਼ਨ ਲਿੱਤਾ ਹੈ, ਕੋਰਸਿਸ ਕੀਤਾ ਹੈ, ਦੈਨ ਪ੍ਰੈਕਟਿਸ ਕੀਤਾ ਹੈ ਐਂਡ ਦੈਨ ਹਮਾਰੇ ਪਾਸ ਅਥਾਰਟੀ ਹੈ, ਸਾਡੇ ਕੋਲ ਅਥਾਰਟੀ ਹੈ ਕਿ ਅਸੀਂ ਇਹ ਸੈਸ਼ਨਸ ਨੂੰ ਕੰਡਕਟ ਕਰ ਸਕਦੇ ਹਾਂ। ਠੀਕ ਹੈ ਮੈਡਮ, ਥੈਂਕ ਯੂ। ਵੈਲਕਮ ਜੀ। ਤੇ ਇਹ ਸੀ ਸਾਡੇ ਨਾਲ ਰਿਤੂ ਕੋਛੜ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਗੁੱਸੇ ਅਤੇ ਡਿਪਰੈਸ਼ਨ 'ਤੇ ਕੰਟਰੋਲ ਕਰਨ ਦੇ ਬਾਰੇ ਟੈਕਨੀਕਸ ਬਾਰੇ ਦੱਸਿਆ। ਇਸ ਤਰ੍ਹਾਂ ਦੀ ਹੋਰ ਅਪਡੇਟਸ ਦੇਖਣ ਲਈ ਦੇਖਦੇ ਰਹੋ ਪੰਜਾਬੀ ਬੁਲਟਨ। ਕੈਮਰਾ ਪਰਸਨ ਵਿਜੇ ਦੇ ਨਾਲ ਮੈਂ ਆਂਚਲ ਚੱਡਾ।